subscribe our channel and press the bell icon ताकि कोई भी नवी अपडेट तुसी मिस ना करो। सरकार ਤਾਂ ਟਸ ਤੋਂ ਮਸ ਨਹੀਂ ਹੋ ਰਹੀ। ਸਰਕਾਰ ਦੇ ਤਾਂ ਇਹ ਗਲ ਦੀ ਹੱਡੀ ਬਣਿਆ ਹੋਇਆ ਕਾਨੂੰਨ। ਕਿਸਾਨੀ ਲੀਡਰਾਂ ਨੂੰ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਜੇ ਤੁਸੀਂ ਪਿੰਡਾਂ 'ਚ ਜਾ ਕੇ ਫੁੱਲਾਂ ਦੇ ਹਾਰ ਪਾਉਣੇ ਆ ਨਾ ਤਾਂ ਇਸੇ ਗੱਲ ਤੇ ਡਟੇ ਰਹੋ, ਅਸੀਂ ਤੁਹਾਡੇ ਮਗਰ ਖੜੇ ਹਾਂ। ਵਿਚੋਲੇ ਵਿਚਾਲਿਆਂ ਨੂੰ ਵਿੱਚ ਨਾ ਵਾੜੋ, ਕਿਉਂਕਿ ਇਹ ਚੀਜ਼ਾਂ ਨਾਲ ਆਪਣੇ ਸੰਘਰਸ਼ ਨੂੰ ਢਾਹ ਵੀ ਲੱਗ ਸਕਦੀ ਹੈ। ਕਿ ਸਰਕਾਰ ਵੀ ਇੱਕ ਚਾਲ ਚੱਲ ਰਹੀ ਹੈ ਕਿ ਵਿਸਾਖੀ ਆ ਜਾਏਗੀ ਉਦੋਂ ਵਾਢੀ ਚੱਲ ਪਏਗੀ ਤੇ ਕਿਸਾਨ ਆ ਜਿਹੜੇ ਵਾਪਸ ਮੁੜ ਜਾਣਗੇ। ਸਾਡੇ ਪਿੰਡ ਤਾਂ ਇਦਾਂ ਜੀ ਵੀ ਕੋਈ ਵੀ ਕੰਮ ਹੁੰਦਾ ਉਹ ਸਾਡਾ ਕੰਮ ਕਰਨ ਨੂੰ ਤਿਆਰ ਆ ਜੀ, ਚਾਹੇ ਕੋਈ ਬਿਮਾਰੀ ਆ, ਚਾਹੇ ਕੋਈ ਸਪਰੇਅ ਆ, ਰੇਹ ਆ ਜੀ, ਸਾਰਾ ਕੁਝ ਮਗਰ ਕਹੀ ਜਾਂਦੇ। ਹੋ ਸਕਦਾ ਫਿਰ ਉਹ ਕਣਕਾਂ ਵੀ ਸਾਡੀਆਂ ਵੱਢ ਕੇ ਸਾਂਭ ਦੇਣਗੇ ਜੀ, ਪਰ ਅਸੀਂ ਇੱਥੋਂ ਨਹੀਂ ਜਾਂਦੇ ਜੀ ਜਿੰਨਾ ਟਾਈਮ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਹਾਂ ਰਾਜਵਿੰਦਰ ਭੁੱਲਰ। ਟਰਾਲੀ ਟਾਕ ਪ੍ਰੋਗਰਾਮ ਤਹਿਤ ਅਸੀਂ ਤੁਹਾਡੀ ਗੱਲਬਾਤ ਵੱਖ-ਵੱਖ ਪਿੰਡਾਂ ਦੇ ਨਾਲ ਕਰਵਾ ਰਹੇ ਹਾਂ, ਨੌਜਵਾਨਾਂ ਦੇ ਨਾਲ, ਪਿੰਡ ਦੇ ਵਸਨੀਕਾਂ ਨਾਲ ਕਰਾ ਰਹੇ ਹਾਂ ਜਿਹੜੇ ਇਸ ਕਿਸਾਨੀ ਸੰਘਰਸ਼ ਦੇ ਵਿੱਚ ਪਹੁੰਚੇ ਹੋਏ ਨੇ। ਬਹੁਤ ਸਾਰੇ ਲੋਕ ਭਾਰਤ ਭਰ ਤੋਂ ਇੱਥੇ ਪਹੁੰਚੇ ਹੋਏ ਨੇ ਕਿਸਾਨੀ ਸੰਘਰਸ਼ ਦੇ ਲਈ, ਆਪਣੀਆਂ ਜ਼ਮੀਨਾਂ ਦੇ ਲਈ। ਅੱਜ ਤੁਹਾਡੀ ਗੱਲਬਾਤ ਟਰਾਲੀ ਟਾਕ ਪ੍ਰੋਗਰਾਮ ਦੇ ਤਹਿਤ ਪਿੰਡ ਰਣਸੀਂਹ ਖੁਰਦ, ਜ਼ਿਲ੍ਹਾ ਮੋਗਾ, ਉਹਨਾਂ ਦੇ ਕਿਸਾਨਾਂ ਦੇ ਨਾਲ ਕਰਵਾਉਣ ਜਾ ਰਹੇ ਹਾਂ। ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਟੈਂਟ ਨੁਮਾ ਤੁਸੀਂ ਦੇਖ ਰਹੇ ਹੋ, ਟਰਾਲੀ ਲੱਗੀ ਹੋਈ ਹੈ। ਟਰਾਲੀ ਦੇ ਵਿੱਚ ਜਿਹੜੇ ਨੌਜਵਾਨ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਕੱਲ੍ਹ ਦੀ ਮੀਟਿੰਗ ਹੋਈ ਹੈ ਉਸ ਬਾਰੇ ਵੀ ਗੱਲ ਕਰਾਂਗੇ ਕਿ ਮੀਟਿੰਗ ਬੇਸਿੱਟਾ ਰਹੀ ਹੈ। ਮੀਟਿੰਗ ਦੇ ਵਿੱਚ ਕੋਈ ਖਾਸ ਨਤੀਜੇ ਜਿਹੜੇ ਨਿਕਲ ਕੇ ਸਾਹਮਣੇ ਨਹੀਂ ਆਏ, ਕਿਉਂਕਿ ਸਰਕਾਰ ਵੀ ਝੁਕਣਾ ਨਹੀਂ ਚਾਹੁੰਦੀ ਤੇ ਸਾਡੇ ਜਿਹੜੇ ਕਿਸਾਨ ਨੇਤਾ ਹੈਗੇ ਆ ਉਹ ਵੀ ਨਹੀਂ ਝੁਕਣਾ ਚਾਹੁੰਦੇ, ਕਿਉਂਕਿ ਅਸੀਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ। ਇਹ ਅਸੀਂ ਨਹੀਂ ਕਹਿ ਰਹੇ, ਕਿਸਾਨ ਵੀਰਾਂ ਦਾ ਕਹਿਣਾ ਹੈ। ਬਾਈ ਨਾਲ ਗੱਲਬਾਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਕੀ ਨਾਮ ਹੈ? ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ। ਪ੍ਰਦੀਪ ਬਾਈ ਜੀ, ਜਿਹੜਾ ਪਿੰਡ ਹੈ ਰਣਸੀਂਹ ਖੁਰਦ, ਉਸ ਬਾਰੇ ਥੋੜ੍ਹਾ ਚਾਨਣਾ ਪਾਓ ਕਿ ਰਣਸੀਂਹ ਖੁਰਦ ਦਾ ਜਿਹੜਾ ਖੇਤੀ ਰਕਬਾ ਕਿੰਨਾ ਹੈ, ਵੋਟ ਕਿੰਨੀ ਹੈ ਤੇ ਪਿੰਡ ਕਿੱਥੇ ਸਥਿਤ ਹੈ? ਬਾਈ ਜੀ ਰਣਸੀਂਹ ਖੁਰਦ ਜਿਹੜਾ ਪਿੰਡ ਆ ਨਿਹਾਲ ਸਿੰਘ ਵਾਲਾ ਬਲਾਕ ਤੋਂ 2 ਕਿਲੋਮੀਟਰ ਆ, ਮੋਗਾ ਜ਼ਿਲ੍ਹਾ ਜੀ ਸਾਡਾ। ਜੀ। ਤੇ ਬਾਈ ਜੀ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦਾ ਜਿਹੜਾ ਸੰਘਰਸ਼ ਦੇ ਵਿੱਚ ਯੋਗਦਾਨ ਆਪਾਂ ਦੇਖ ਰਹੇ ਹਾਂ ਕਿ ਤੁਸੀਂ ਕਾਫੀ ਲੰਮੇ ਸਮੇਂ ਤੋਂ ਇੱਥੇ ਡਟੇ ਹੋਏ ਹੋ। ਕਿਹੜਾ ਵਰਗ ਹੈ ਜਿਹੜਾ ਹਾਜ਼ਰੀ ਲਵਾ ਚੁੱਕਿਆ ਤੁਹਾਡੇ ਪਿੰਡ ਦਾ? ਬਾਈ ਜੀ ਜ਼ਿਆਦਾਤਰ ਤਾਂ ਅਸੀਂ ਜ਼ਿਮੀਂਦਾਰ ਵਰਗ ਦੇ ਵਿੱਚੋਂ ਹੀ ਆਏ ਹੋਏ ਆ ਸਾਰੇ। ਵੈਸੇ ਆਏ ਸੀ ਵੀਰ ਨਾਲ ਦੂਸਰੇ ਵਰਗ ਤੋਂ ਵਿੱਚੋਂ ਵੀ। ਸਾਨੂੰ ਲਗਾਤਾਰ ਇੱਥੇ ਬੈਠਣ ਨੂੰ ਬਾਈ ਜੀ 45 ਦਿਨ ਹੋ ਗਏ। ਪਿੰਡ ਦਾ ਕਿੰਨਾ ਕੁ ਸਹਿਯੋਗ ਹੈ? ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਮੇਰੀ ਵੱਖ-ਵੱਖ ਪਿੰਡਾਂ ਨਾਲ ਗੱਲ ਹੁੰਦੀ ਹੈ, ਪਿੱਛੋਂ ਪਿੰਡ ਵਾਲਿਆਂ ਦਾ ਬਹੁਤ ਵੱਡਾ ਸਹਿਯੋਗ ਮਿਲਦਾ। ਜਿਵੇਂ NRI ਵੀਰ ਹੁੰਦੇ ਆ ਜਿਹੜੇ ਵਿਦੇਸ਼ਾਂ ਵਿੱਚ ਵਸ ਰਹੇ ਆ, ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਇਸ ਕਿਸਾਨੀ ਸੰਘਰਸ਼ ਦੇ ਵਿੱਚ। ਬਾਈ ਜੀ ਸਾਡੇ ਪਿੰਡ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਆ, ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਇੱਥੇ ਪਿੱਛੇ ਗੱਡੀ ਆਉਂਦੀ ਆ, ਬੰਦੇ ਆਉਂਦੇ ਆ, ਚੇਂਜ ਵੀ ਹੋ ਜਾਂਦੇ ਆ ਬੰਦੇ ਸਾਡੇ ਨਾਲ। ਇੱਕ ਸਭ ਤੋਂ ਵੱਡੀ ਗੱਲ ਸਾਡੇ ਪਿੰਡ ਦੀ ਮੇਨ ਖਾਸੀਅਤ ਅਸੀਂ ਦੱਸਦੇ ਹਾਂ ਵੀ ਜਿਹੜਾ ਨੌਜਵਾਨ ਵਰਗ ਆ, ਜਿਹੜੇ ਵੀਰ ਸਾਡੇ ਇੱਥੇ ਨਹੀਂ ਪਹੁੰਚ ਸਕੇ ਸੀ ਸੰਘਰਸ਼ ਦੇ ਵਿੱਚ, ਜਿੱਦੇ ਅਸੀਂ ਪਹਿਲੇ ਦਿਨ ਤੋਂ ਅਸੀਂ 26 ਤਰੀਕ ਤੋਂ ਤੁਰੇ ਆ। ਮੇਰੇ ਖੇਤ ਦਾ, ਆਹ ਮੁੰਡੇ ਦੇ ਖੇਤ ਦਾ, ਨਾਲ ਆ ਮੇਰਾ ਭਰਾ ਬੈਠਾ, ਉਹਨਾਂ ਜਿਹੜੇ ਪਿੰਡ ਦੇ ਨੌਜਵਾਨ ਸੀ ਉਹਨਾਂ ਨੇ ਇੱਕ ਕਮੇਟੀ ਬਣਾਈ। ਸਾਡੇ ਖੇਤ ਦੇ ਵਿੱਚ ਜੇ ਰੇਹ ਦੀ ਲੋੜ ਸੀ ਉਹਨਾਂ ਨੇ ਰੇਹ ਪਾਇਆ, ਜੇ ਪਾਣੀ ਦੀ ਲੋੜ ਸੀ ਪਾਣੀ ਲਾਇਆ, ਜੇ ਕਿਸੇ ਦੇ ਘਰੇ ਦਵਾਈ ਬੂਟੀ ਦੀ ਲੋੜ ਸੀ ਜਾਂ ਪੈਸੇ ਧੇਲੇ ਦੀ ਲੋੜ ਸੀ ਉੱਥੋਂ ਤੱਕ ਵੀ ਮਦਦ ਕੀਤੀ ਨੌਜਵਾਨਾਂ ਨੇ ਜਿਹੜੀ ਪਿੰਡ ਕਮੇਟੀ ਬਣਾ ਕੇ। NRI ਵੀਰਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਆ। ਤੇ ਆਪਾਂ ਵੀ ਦੇਖ ਰਹੇ ਹਾਂ, ਤੁਸੀਂ ਵੀ ਦੇਖਿਆ ਹੋਊਗਾ ਇੱਥੇ NRI ਆ ਵੀ ਰਹੇ ਆ ਇਸ ਕਿਸਾਨੀ ਸੰਘਰਸ਼ ਦੇ ਵਿੱਚ, ਅਲੱਗ-ਅਲੱਗ ਤਰੀਕੇ ਨਾਲ ਸਹਿਯੋਗ ਦੇ ਰਹੇ ਆ। ਪਿੰਡ ਦਾ ਵੀ ਤੁਸੀਂ ਕਹਿ ਰਹੇ ਹੋ ਬਹੁਤ ਵਧੀਆ ਸਹਿਯੋਗ ਆ। ਬਾਕੀ ਆਪਾਂ ਗੱਲ ਕਰਦੇ ਹਾਂ ਕਿ ਇੱਥੋਂ ਦੀ ਟਿੱਕਰੀ ਬਾਰਡਰ ਤੇ ਆਪਾਂ ਬੈਠੇ ਹੋਏ ਹਾਂ। ਟਿੱਕਰੀ ਬਾਰਡਰ ਤੇ ਕੋਈ ਸਮੱਸਿਆ ਹੈ, ਕਿਸੇ ਤਰ੍ਹਾਂ ਦੀ ਕੋਈ ਸਹੂਲਤ ਦੀ ਲੋੜ ਹੈ? ਨਹੀਂ ਬਾਈ ਜੀ ਇੱਥੇ ਹਰ ਤਰ੍ਹਾਂ ਦੀ ਸਹੂਲਤ ਆ। ਪਹਿਲੇ 5-4 ਦਿਨ ਸੀਗੀ ਦਿੱਕਤ, ਪਰ ਜਿਵੇਂ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਿਹੜੀ ਚੀਜ਼ ਦੀ ਕਮੀ ਆ, ਮੇਰੇ ਹਿਸਾਬ ਨਾਲ ਤਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਇੱਥੇ। ਜੇ ਆਪਾਂ ਮੀਟਿੰਗਾਂ ਦੀ ਗੱਲ ਕਰੀਏ ਕਿ ਸਾਡੇ ਜਿਹੜੇ ਕਿਸਾਨ ਨੇਤਾ ਹੈਗੇ ਆ ਉਹ ਮੀਟਿੰਗਾਂ ਕਰ ਰਹੇ ਆ, ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ। ਕੱਲ੍ਹ ਵਾਲੀ ਜਿਹੜੀ ਮੀਟਿੰਗ ਸੀ ਲੰਘੇ ਕੱਲ੍ਹ, ਉਹ ਵੀ ਬੇਸਿੱਟਾ ਰਹੀ ਹੈ। ਤੇ ਨੇਤਾਵਾਂ ਕਹਿੰਦੇ ਆ ਜਿਹੜੇ ਆਪਣੇ ਸੈਂਟਰ ਦੇ ਮਿਨਿਸਟਰ ਹੈਗੇ ਨੇ, ਉਹ ਕਹਿ ਰਹੇ ਨੇ ਕਿ ਹੁਣ ਜਿਹੜਾ ਤੁਹਾਡਾ ਫੈਸਲਾ ਕੋਰਟ ਕਰੂਗੀ, ਕਿਉਂਕਿ ਆਲਰੇਡੀ ਕਿਸਾਨ ਨੇਤਾ ਨੇ ਕੋਰਟ ਦੇ ਵਿੱਚ ਜਿਹੜਾ ਇਹ ਆਪਣਾ ਜਿਹੜਾ ਸੰਘਰਸ਼ ਹੈ, ਸੰਘਰਸ਼ ਦੀ ਰੂਪਰੇਖਾ ਉਹ ਭੇਜੀ ਹੋਈ ਹੈ। ਕਿਉਂਕਿ ਸਾਨੂੰ ਜਿਹੜੇ 3 ਬਿੱਲ ਆ ਉਹ ਵਾਪਸ ਕਰਾਉਣ ਦੇ ਲਈ ਆਪਾਂ ਆਏ ਹੋਏ ਹਾਂ। ਉਹ ਕਹਿ ਰਹੇ ਆ ਕਿ ਹੁਣ ਜਿਹੜੇ ਫੈਸਲਾ ਉਹ ਕੋਰਟ ਕਰੂਗੀ, ਪਰ ਕੋਰਟ ਦਾ ਸਹਾਰਾ ਲੈਣ ਤੋਂ ਪਹਿਲਾਂ ਜੇਕਰ ਸਰਕਾਰ ਸਾਡੀ ਗੱਲ ਮੰਨ ਲੈਂਦੀ ਹੈ, ਸਰਕਾਰ ਖੇਤੀ ਬਿੱਲ ਵਾਪਸ ਲੈ ਜਾਂਦੀ ਹੈ, ਤਾਂ ਸਾਨੂੰ ਲੋੜ ਹੀ ਨਹੀਂ ਇੱਥੇ ਬੈਠਣ ਦੀ, ਕਿਉਂ ਘਰ ਛੱਡ ਕੇ ਆਪਾਂ ਬੈਠੇ ਹੋ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਬਾਈ ਜੀ ਮੈਨੂੰ ਇਸੇ ਤਰ੍ਹਾਂ ਦੇਖਦਾ ਗਾ ਕਿ ਸਰਕਾਰ ਤਾਂ ਟਸ ਤੋਂ ਮਸ ਨਹੀਂ ਹੋ ਰਹੀ। ਸਰਕਾਰ ਦੇ ਤਾਂ ਇਹ ਗਲ ਦੀ ਹੱਡੀ ਬਣਿਆ ਹੋਇਆ ਕਾਨੂੰਨ। ਜੇ ਹੁਣ ਮੋਦੀ ਸਰਕਾਰ ਪਿੱਛੇ ਹਟਦੀ ਆ ਤਾਂ ਜਿਹੜੇ ਕੋਆਪਰੇਟ ਘਰਾਣਿਆਂ ਤੋਂ ਜਿਹੜਾ ਇਹਨਾਂ ਨੇ ਚੰਦਾ ਲਿਆ
ਜਿਹੜੀ ਰਿਸ਼ਵਤ ਲਈ ਆ ਉਹਦੀ ਵੋਟਿੰਗ ਦੇ ਟਾਈਮ ਜਿੰਨੀ ਫੰਡਿੰਗ ਕੀਤੀ ਉਹਨਾਂ ਨੇ ਕੀਤੀ ਆ। ਜੇ ਹੁਣ ਜਿਹੜੇ ਆਪਣੇ ਕਿਸਾਨੀ ਲੀਡਰ ਆ ਉਹਨਾਂ ਨੂੰ ਵੀ ਇੰਨਾ ਇਹ ਪਤਾ ਨਹੀਂ ਸੀ, ਜਿਹੜੇ ਕਿਸਾਨੀ ਲੀਡਰ ਆ ਨਾ ਹੁਣ, ਕਿ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਸਾਡੇ ਮਗਰ ਇੰਨਾ ਇਕੱਠ ਹੋ ਜਾਊਗਾ। ਇਹ ਜਿਹੜਾ ਆਪ ਹਮਾਰਾ ਇਕੱਠ ਹੋਇਆ ਨਾ, ਇਹ ਕਿਸਾਨੀ ਲੀਡਰਾਂ ਨੂੰ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਜੇ ਤੁਸੀਂ ਪਿੰਡਾਂ 'ਚ ਜਾ ਕੇ ਫੁੱਲਾਂ ਦੇ ਹਾਰ ਪਾਉਣੇ ਆ ਨਾ ਤਾਂ ਇਸੇ ਗੱਲ ਤੇ ਡਟੇ ਰਹੋ, ਅਸੀਂ ਤੁਹਾਡੇ ਮਗਰ ਖੜੇ ਆ। ਇਹ ਨਾ ਹੋਵੇ ਤੁਸੀਂ ਇੱਕ ਪਾਸਾ ਪਲਟ ਜਾਵੇ ਤੇ ਤੁਹਾਨੂੰ ਕੋਈ ਪਿੰਡਾਂ 'ਚ ਵੜਨ ਨਾ ਦੇਵੇ। ਇਸ ਗੱਲ ਦਾ ਮੈਂ ਲੀਡਰਾਂ ਨੂੰ ਕਹਿੰਦਾ, ਜਿਹੜੇ ਕਿਸਾਨੀ ਲੀਡਰ ਦੇ ਅੱਗੇ ਲੱਗੇ ਹੋਏ ਸਾਡੇ ਲੀਡਰ, ਕਿ ਦੇਖਿਓ ਕਿਤੇ ਕੋਈ ਢਾਹ ਨਾ ਲਾ ਦਿਓ ਇਸ ਚੀਜ਼ ਨੂੰ। ਬਾਕੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕਿਸਾਨੀ ਲੀਡਰਾਂ ਦੀ ਗੱਲ ਕੀਤੀ ਹੈ, ਕਿਸਾਨੀ ਨੇਤਾਵਾਂ ਦੀ ਗੱਲ ਕੀਤੀ ਹੈ, ਨਾਲ ਗੱਲ ਇਹ ਵੀ ਹੋ ਰਹੀ ਹੈ ਸਟੇਜਾਂ ਦੇ ਉੱਪਰੋਂ ਕਿ ਨੌਜਵਾਨਾਂ ਨੂੰ ਵੀ ਸੁਚੇਤ ਕੀਤਾ ਜਾ ਰਿਹਾ। ਤੁਹਾਨੂੰ ਲੱਗਦਾ ਕਿ ਨੌਜਵਾਨ ਜਿਹੜੇ ਹੁੱਲੜਬਾਜੀ ਹਜੇ ਤੱਕ ਕਰ ਸਕਦੇ ਆ? ਨਹੀਂ ਬਾਈ ਜੀ, ਬਹੁਤ ਫਰਕ ਪਿਆ ਇਸ ਚੀਜ਼ ਤੇ, ਬਹੁਤ ਕੰਟਰੋਲ ਹੋਇਆ। ਪਹਿਲਾਂ ਸਟਾਰਟਿੰਗ 'ਚ ਹੋਈਆਂ ਕੁਛ ਇਹੋ ਜਿਹੀਆਂ ਗੱਲਾਂ, ਪਰ ਨਹੀਂ ਹੁਣ ਬਿਲਕੁਲ ਠੀਕ ਹੈ, ਨੋਰਮਲ ਆ ਸਾਰਾ ਕੁਝ। ਤੇ ਬਾਈ ਜੀ ਨਾਲ ਗੱਲਬਾਤ ਕਰਾਂਗੇ। ਬਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਲਖਵੀਰ ਸਿੰਘ ਹੈ ਜੀ। ਲਖਵੀਰ ਸਿੰਘ ਜੀ, ਗੱਲ ਕਰੀਏ ਕਿ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਵਿਚੋਲੇ ਬਣਨ ਦੀ ਜਾਂ ਗੱਲਬਾਤ ਕਰਾਉਣ ਦੀ ਕੋਸ਼ਿਸ਼ ਦੇ ਲਈ ਜਿਹੜੇ ਨਾਨਕਸਰ ਦੇ ਜਿਹੜੇ ਸੰਤ ਮਹਾਂਪੁਰਸ਼ ਨੇ ਉਹ ਵੀ ਵਿਚਕਾਰਲੀ ਕੜੀ ਬਣਨਾ ਚਾਹੁੰਦੇ ਨੇ। ਜੇ ਗੱਲ ਕਰੀਏ ਕਿ ਅੱਜ ਅਖਬਾਰ ਦੀ, ਤਾਂ ਅਖਬਾਰ ਦੇ ਵਿੱਚ ਇਹ ਵੀ ਬਿਆਨ ਆਇਆ ਕਿ ਜਿਹੜੇ ਅਕਾਲ ਤਖਤ ਦੇ ਜਥੇਦਾਰ ਹੈ ਉਹ ਵਿੱਚ ਪੈ ਕੇ ਕੋਈ ਫੈਸਲਾ ਕਰਾ ਸਕਦੇ। ਤੁਹਾਨੂੰ ਲੱਗਦਾ ਕਿ ਕਿਸਾਨਾਂ ਦੇ ਤੇ ਸਰਕਾਰ ਦੇ ਵਿਚਕਾਰ ਕਿਸੇ ਐਸੇ ਤਰ੍ਹਾਂ ਦੇ ਮਹਾਂਪੁਰਸ਼ ਨੂੰ ਆਉਣ ਦੀ ਲੋੜ ਹੈਗੀ ਹੈ? ਮੇਰੇ ਹਿਸਾਬ ਨਾਲ ਤਾਂ ਜੀ ਕਿਸਾਨਾਂ ਦੇ ਵਿਚਕਾਰ ਕਿਸੇ ਵੀ ਵਿਚੋਲੇ ਨੂੰ ਆਉਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਕੋਈ ਵੀ ਗੱਲ ਆ ਜੀ ਉਹ ਫੇਸ ਟੂ ਫੇਸ ਹੋਣੀ ਚਾਹੀਦੀ ਹੈ। ਵਿਚੋਲੇ ਦਾ ਕੀ ਮਤਲਬ ਹੈ ਜੀ? ਵਿੱਚ ਓਲਾ। ਠੀਕ ਆ ਜੀ, ਮੇਰੇ ਹਿਸਾਬ ਨਾਲ ਜਿਹੜੇ ਕਿਸਾਨ ਜਥੇਬੰਦੀਆਂ ਜੀ ਉਹ ਬਹੁਤ ਸੂਝਵਾਨ ਬੰਦੇ ਆ, ਉਹਨਾਂ ਨੂੰ ਵਿੱਚ ਵਿਚੋਲਾ ਪਾਉਣ ਦੀ ਕੋਈ ਲੋੜ ਨਹੀਂ। ਜਦੋਂ ਅੱਗੇ 8 ਮੀਟਿੰਗਾਂ ਹੋ ਗਈਆਂ ਤਾਂ ਹੁਣ ਵਿਚੋਲਿਆਂ ਦੀ ਕੀ ਜ਼ਰੂਰਤ ਹੈ ਜੀ? ਹੁਣ ਤਾਂ ਸਾਰਾ ਕੁਝ ਸਾਹਮਣੇ ਹੈਗੇ ਜੀ। ਹੁਣ ਤਾਂ ਮੇਰੇ ਹਿਸਾਬ ਨਾਲ ਜੀ ਆਰ ਪਾਰ ਦੀ ਲੜਾਈ ਹੋਣੀ ਚਾਹੀਦੀ ਆ, ਵਿਚੋਲੇ ਵਿਚਾਲਿਆਂ ਨੂੰ ਵਿੱਚ ਨਾ ਵਾੜੋ, ਕਿਉਂਕਿ ਇਹ ਚੀਜ਼ਾਂ ਨਾਲ ਆਪਣੇ ਸੰਘਰਸ਼ ਨੂੰ ਢਾਹ ਵੀ ਲੱਗ ਸਕਦੀ ਆ। ਮੇਰੀ ਇੰਨੀ ਕੁ ਬੇਨਤੀ ਹੈ ਕਿਸਾਨ ਜਥੇਬੰਦੀਆਂ ਨੂੰ, ਤੁਸੀਂ ਨੌਜਵਾਨਾਂ ਵੱਲੋਂ ਬੇਫਿਕਰ ਹੋ ਜਾਓ ਜੀ, ਕੋਈ ਇੱਥੇ ਕੋਈ ਹੁੱਲੜਬਾਜ਼ ਨਹੀਂ ਕਰਦਾ। ਬਸ ਤੁਸੀਂ ਨਾ ਹੁਣ ਪਿੱਠ ਦਿਖਾ ਦਿਓ, ਕਿਉਂਕਿ ਹੁਣ ਦੇ ਆਪਾਂ ਇੱਥੋਂ ਪੱਟੇ ਵੇ, ਇੱਥੋਂ ਹਾਰੇ ਵੇ, ਫਿਰ ਆਪਣੇ ਦੁਬਾਰਾ ਛੇਤੀ ਪੈਰ ਨਹੀਂ ਲੱਗਣਗੇ ਜਿੰਨਾ ਤੱਕ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਦੀਗੀ। ਅਸੀਂ ਤੁਹਾਡੇ ਨਾਲ ਆ, ਨੌਜਵਾਨ ਵੀ, ਬਜ਼ੁਰਗ ਵੀ, ਮਾਤਾਵਾਂ ਭੈਣਾਂ ਸਾਰੀਆਂ ਇੱਥੇ ਆਉਣ ਨੂੰ ਤਿਆਰ ਹੈ ਜੀ। ਹੁਣ ਮੂਹਰੇ ਤਾਂ ਬਈ ਠੰਡ ਵੀ ਘਟ ਜਾਣੀ ਹੈ, ਜਿੰਨਾ ਟਾਈਮ ਮਰਜ਼ੀ ਬੈਠੇ ਰਹੋ ਇੱਥੇ, ਠੀਕ ਹੈ ਨਾ? ਕੋਈ ਤੁਹਾਨੂੰ ਐ ਨਹੀਂ ਲੱਗਦਾ ਕਿ ਸਰਕਾਰ ਵੀ ਇੱਕ ਚਾਲ ਚੱਲ ਰਹੀ ਹੈ ਕਿ ਵਿਸਾਖੀ ਆ ਜਾਏਗੀ, ਉਦੋਂ ਵਾਢੀ ਚੱਲ ਪਏਗੀ ਤੇ ਕਿਸਾਨ ਆ ਜਿਹੜੇ ਵਾਪਸ ਮੁੜ ਜਾਣਗੇ? ਇਹ ਸਰਕਾਰ ਦਾ ਤਾਂ ਬੜਾ ਵੱਡਾ ਵਹਿਮ ਆ ਜੀ, ਕਿਤੇ ਬੰਦਿਆਂ ਬਿਨਾਂ ਵੀ ਕੰਮ ਰੁਕੇ ਹੈ ਜੀ, ਕਿਉਂਕਿ ਹੁਣ ਸਾਰੇ ਪਿੰਡਾਂ 'ਚ ਲਗਭਗ ਐਂ ਹੋ ਚੁੱਕਿਆ ਜੀ ਵੀ ਤੁਸੀਂ ਉੱਥੇ ਜਾਓ, ਅਸੀਂ ਪਿੱਛੇ ਡਿਊਟੀ ਦਿੰਦੇ ਆ। ਕੋਈ ਵੀ ਕੰਮ ਸਾਡੇ ਪਿੰਡ ਤਾਂ ਇਦਾਂ ਜੀ ਵੀ ਕੋਈ ਵੀ ਕੰਮ ਹੁੰਦਾ ਉਹ ਸਾਡਾ ਕੰਮ ਕਰਨ ਨੂੰ ਤਿਆਰ ਆ ਜੀ, ਚਾਹੇ ਕੋਈ ਬਿਮਾਰੀ ਆ, ਚਾਹੇ ਕੋਈ ਸਪਰੇਅ ਆ, ਰੇਹ ਆ ਜੀ, ਸਾਰਾ ਕੁਝ ਮਗਰ ਕਹੀ ਜਾਂਦੇ। ਹੋ ਸਕਦਾ ਫਿਰ ਉਹ ਕਣਕਾਂ ਵੀ ਸਾਡੀਆਂ ਵੱਢ ਕੇ ਸਾਂਭ ਦੇਣਗੇ ਜੀ, ਪਰ ਅਸੀਂ ਇੱਥੋਂ ਨਹੀਂ ਜਾਂਦੇ ਜੀ ਜਿੰਨਾ ਟਾਈਮ ਕਾਲੇ ਕਾਨੂੰਨ ਰੱਦ ਨਹੀਂ ਹੁੰਦੇਗੇ। ਹਾਂਜੀ, ਬਿਲਕੁਲ ਤੁਹਾਡੀ ਸਹੀ ਗੱਲ ਹੈ ਕਿ ਜਾਣਾ ਵੀ ਨਹੀਂ ਚਾਹੀਦਾ, ਕਿਉਂਕਿ ਕਿਸਾਨ ਡਟੇ ਹੋਏ ਆ। 6-6 ਮਹੀਨਿਆਂ ਦਾ ਰਾਸ਼ਨ ਆਪਾਂ ਲੈ ਕੇ ਆਏ ਆ। ਜੇ ਗੱਲ ਕਰੀਏ ਭਾਜਪਾ ਦੇ ਲੀਡਰਾਂ ਦੀ, ਜਿਹੜੇ ਪੰਜਾਬ ਦੇ ਲੀਡਰ ਹੈ ਉਹ ਤਰ੍ਹਾਂ ਦੀਆਂ ਤੌਹਮਤਾਂ ਵੀ ਲਾ ਰਹੇ ਆ। ਅਸੀਂ ਇਹਨਾਂ ਨਾਲ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਟਰਾਲੀ ਟਾਕ ਪ੍ਰੋਗਰਾਮ ਦਾ ਖਾਸ ਮਕਸਦ ਇਹ ਹੈ ਕਿ ਸਾਡਾ ਨੌਜਵਾਨ ਕੀ ਸੋਚਦਾ, ਸਾਡਾ ਆਮ ਪਿੰਡ ਦਾ ਵਸਨੀਕ ਕੀ ਸੋਚਦਾ ਇਸ ਸੰਘਰਸ਼ ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਨੇਤਾਵਾਂ ਨਾਲ ਸਾਡੀ ਗੱਲ ਹੁੰਦੀ ਰਹਿੰਦੀ ਹੈ। ਜੇ ਅਸੀਂ ਗੱਲ ਕਰੀਏ ਯੂਥ ਆਈਕਨ ਹੈਗੇ ਨੇ, ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ, ਪਰ ਆਮ ਲੋਕ ਕੀ ਸੋਚਦਾ? ਬਾਈ ਨਾਲ ਗੱਲਬਾਤ ਕਰਦੇ ਹਾਂ ਕਿ ਬੀਜੇਪੀ ਦੇ ਆਗੂ ਤਰ੍ਹਾਂ ਦੇ ਜਿਹੜੇ ਬਲੇਮ ਲਾ ਰਹੇ ਆ ਕਿ ਇੱਥੋਂ ਇੱਕ ਰਾਜਨੀਤਿਕ ਜਿਹੜਾ ਹੈਗਾ ਵੀ ਲੀਡਰ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੰਜਾਬ ਵੱਲ ਨਿਗਾਹ ਰੱਖੀ ਜਾ ਰਹੀ ਹੈ, ਵੀ ਸਾਡੀਆਂ ਜਥੇਬੰਦੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਕਦੇ ਨਾ ਕਦੇ ਸੋਚ ਹੈਗੀ ਹੈ ਕਿ ਅਸੀਂ ਜਿਹੜਾ ਪੰਜਾਬ ਤੇ ਸੱਤਾ ਕਾਇਮ ਕਰ ਲਾਂਗੇ। ਇਹ ਜੀ ਜਿਹੜੇ ਬੀਜੇਪੀ ਦੇ ਕਹਿੰਦੇ ਆ, ਠੀਕ ਹੈ ਨਾ, ਹੁਣ ਤੁਸੀਂ ਵੀ ਤਾਂ ਜਿਹੜੇ ਇਹ ਗੱਲਾਂ ਕਰਦੇ ਆ ਉਹ ਵੀ ਤਾਂ ਲੀਡਰ ਹੀ ਆ ਜੀ। ਪਹਿਲੀ ਗੱਲ ਆ ਜੀ ਇੱਥੇ ਕੋਈ ਲੀਡਰਾਂ ਵਾਲੀ ਗੱਲ ਹੈ ਨਹੀਂ, ਜਿੰਨੀਆਂ ਜਥੇਬੰਦੀਆਂ ਜੀ ਮੈਨੂੰ ਤਾਂ ਨਹੀਂ ਲੱਗਦਾ ਵੀ ਕਿਸੇ ਨੇ ਕੋਈ ਲੀਡਰ ਵਾਲੀ ਗੱਲ ਕੀਤੀ ਹੈ ਜਾਂ ਕੋਈ ਪੋਲੀਟੀਕਲ ਪਾਰਟੀ ਦੀ ਗੱਲ ਕੀਤੀ ਆ ਵੀ ਅਸੀਂ ਬਣਾਵਾਂਗੇ। ਜੇ ਉਹ ਬਣਾ ਵੀ ਲੈਂਦੇ ਆ ਹਰ ਜਗ੍ਹਾ ਜਿੱਥੇ ਤੁਸੀਂ ਤੁਰੇ ਫਿਰਦੇ ਆ ਜੀ ਵਿੱਚ, ਜੇ ਉਹ ਕੋਈ ਕਿਸਾਨਾਂ ਦੇ ਹੱਕ ਦੀ ਕੋਈ ਚੰਗੀ ਗੱਲ ਕਰਦੇ ਆ ਆਉਣ ਵਾਲੇ ਸਮੇਂ 'ਚ ਕਰਨਗੇ ਜੀ। ਜਿੱਥੇ ਅੱਗੇ ਇੰਨੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਤੇ ਇੱਕ ਪਾਰਟੀ ਹੋਰ ਬਣ ਜੂ, ਸ਼ਾਇਦ ਉਹੀ ਸਾਡਾ ਚੰਗਾ ਕਰ ਦੇਣ। ਜਿਹੜੇ ਪਹਿਲਾਂ ਦੇ ਲੀਡਰ ਚਾਹੇ ਬੀਜੇਪੀ ਆ, ਚਾਹੇ ਅਕਾਲੀ ਦਲ ਆ, ਚਾਹੇ ਕੈਪਟਨ ਆ, ਚਾਹੇ ਆਪ ਆ ਜੀ, ਉਹਨਾਂ ਨੇ ਕੀ ਕਰਤਾ ਜੀ? ਠੀਕ ਹੈ ਜੀ, ਲੋਕਾਂ ਨੇ ਉਹਨਾਂ 'ਤੇ ਵੀ ਵਿਸ਼ਵਾਸ ਕੀਤਾ ਜੀ। ਜੇ ਕੋਈ ਹੋਰ ਪਾਰਟੀ ਬਣਦੀ ਹੈ ਤਾਂ ਇਹਨਾਂ ਨੂੰ ਕੀ ਪ੍ਰੋਬਲਮ ਉਹ ਗੱਲ ਤੋਂ ਜੀ? ਠੀਕ ਹੈ, ਜੇ ਕੋਈ ਨਵੀਂ ਪਾਰਟੀ ਬਣੂਗੀ ਕਿਸਾਨਾਂ ਦੇ ਹੱਕ ਦੀ ਗੱਲ ਕਰੂਗੀ ਜੀ, ਅਸੀਂ ਉਹਨਾਂ ਦੇ ਮਗਰ ਹਾਂ ਜੀ, ਜੋ ਉਹ ਕਹਿਣਗੇ ਅਸੀਂ ਕਰਨ ਨੂੰ ਤਿਆਰ ਹਾਂ ਜੀ, ਪਰ ਉਹ ਸਾਨੂੰ ਪਿੱਠ ਨਾ ਦਿਖਾਉਣ ਜੀ। ਇੰਨੀ ਕੁ ਬੇਨਤੀ ਹੈ ਕਿਸਾਨ ਜਥੇਬੰਦੀਆਂ ਨੂੰ ਜੀ। ਬਿਲਕੁਲ ਜੀ। ਬਾਕੀ ਆਪਾਂ ਗੱਲ ਕਰਦੇ ਹਾਂ ਤੁਹਾਡੇ ਪਿੰਡ ਬਾਰੇ। ਰਣਸੀਕ ਖੁਰਦ ਦੇ ਜਿਹੜੇ ਇਸ ਵੇਲੇ ਲੋਕ ਦੇਖ ਰਹੇ ਆ ਪ੍ਰੋਗਰਾਮ ਨੂੰ, ਜੇਕਰ ਉਹ ਇਸ ਕਿਸਾਨੀ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਆ, ਬਾਈ ਜੀ ਨਾਲ ਗੱਲ ਕਰਾਂਗੇ।
ਉਹ ਕਿਵੇਂ ਸੰਪਰਕ ਕਰ ਸਕਦਾ ਹੈ? ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਇੱਥੇ ਮੌਜੂਦ ਹੈ ਉਹਦਾ ਕੋਈ ਫੋਨ ਨੰਬਰ ਹੋ ਸਕਦਾ, ਉਹਦੇ ਨਾਲ ਸੰਪਰਕ ਹੋ ਸਕਦਾ, ਜਿਹੜਾ ਇੱਥੇ ਯੋਗਦਾਨ ਪਾਉਣਾ ਚਾਹੁੰਦਾ ਹੈ, ਹਾਜ਼ਰੀ ਲਵਾਉਣਾ ਚਾਹੁੰਦਾ ਹੈ। ਬਾਈ ਜੀ ਯੋਗਦਾਨ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ, ਤਕਰੀਬਨ ਸਾਰਾ ਕੁਝ ਸਾਡੇ ਕੋਲੇ ਹੈਗਾ ਆ। ਪਿੰਡ ਦੇ ਨਾਲ ਸਾਡਾ ਸੰਪਰਕ ਬਣਿਆ ਹੋਇਆ। ਅਸੀਂ ਜਦੋਂ ਤੋਂ 26 ਤਰੀਕ ਤੋਂ ਸੰਘਰਸ਼ ਚੱਲਿਆ, ਅਸੀਂ ਲਗਾਤਾਰ ਤਿੰਨੇ ਜਾਣੇ ਇੱਥੇ ਹੀ ਆ 45-46 ਦਿਨ ਤੋਂ। ਸਾਡੇ ਕੋਲੇ ਬੰਦੇ ਆਉਂਦੇ ਆ, ਚੇਂਜ ਹੋ ਜਾਂਦੇ ਆ, ਹੋਰ ਬੰਦੇ ਆ ਜਾਂਦੇ ਆ, ਬੰਦੇ ਚੇਂਜ ਹੋ ਜਾਂਦੇ ਆ, ਪਰ ਅਸੀਂ ਇੱਥੇ ਡਟੇ ਹੋਏ ਹਾਂ। ਸਾਨੂੰ ਮੇਰੇ ਹਿਸਾਬ ਨਾਲ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। NRI ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਚੀਜ਼। ਬਾਕੀ ਬਾਈ ਜੀ ਇਹ ਗੱਲ ਨਿਕਲ ਕੇ ਵੀ ਸਾਹਮਣੇ ਆਈ ਹੈ, ਕਿਉਂਕਿ ਮੈਂ ਬਹੁਤ ਸਾਰੇ ਪਿੰਡਾਂ ਨਾਲ ਇਹ ਗੱਲਬਾਤ ਕਰ ਚੁੱਕਿਆ ਟਰਾਲੀ ਟਾਕ ਪ੍ਰੋਗਰਾਮ ਦੇ ਤਹਿਤ। ਇਹ ਗੱਲ ਨਿਕਲ ਕੇ ਆਈ ਹੈ ਕਿ ਜੇਕਰ ਪਿੰਡੋਂ ਕੋਈ ਆਉਣਾ ਚਾਹੁੰਦਾ, ਇੱਕ ਵਾਰੀ ਸੰਪਰਕ ਕਰਕੇ ਆਵੇ ਤਾਂ ਕਈ ਵਾਰੀ ਲੋੜੀਂਦੀ ਚੀਜ਼ ਹੈ ਉਹ ਲਿਆ ਸਕਦਾ। ਕਿਸੇ ਦੀ ਮੈਡੀਸਨ ਹੈ, ਕਿਸੇ ਨੂੰ ਕੋਈ ਕੱਪੜਾ ਚਾਹੀਦਾ, ਕਿਸੇ ਨੂੰ ਕਿਸੇ ਸਹੂਲਤ ਦੀ ਲੋੜ ਹੈ ਤਾਂ ਉਹ ਲਿਆ ਸਕਦਾ। ਹਾਂਜੀ ਬਾਈ ਇਹ ਤਾਂ ਠੀਕ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਬਾਈ ਜੀ ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਲੋਕਾਂ ਨੇ। ਕੰਬਲ ਵਗੈਰਾ, ਕੋਈ ਸਰਦੀ ਦੇ ਮੌਸਮ ਦੇ ਵਿੱਚ ਕਿਸੇ ਚੀਜ਼ ਦੀ ਕੋਈ ਨਹੀਂ ਕਮੀ। ਮੈਡੀਸਨ ਦੇ ਲੰਗਰ ਇੱਥੇ ਲੱਗੇ ਪਏ ਆ, ਲਾਹ ਪਿੰਨੀਆਂ, ਹੋਰ ਬਰਗਰ ਸ਼ਰਗਰ ਸਾਰੇ ਲੰਗਰ ਚੱਲਦੇ ਆਗੇ। ਇਹਨਾਂ ਚੀਜ਼ਾਂ ਦਾ ਬਾਈ ਕੋਈ ਲੋੜ ਨਹੀਂ ਹੈਗੀ। ਵੈਸੇ ਪਿੰਡ ਤੋਂ ਬੰਦੇ ਆਉਂਦੇ ਆ, ਸਹਿਯੋਗ ਵੱਧਦਾ, ਬੰਦੇ ਆ ਜਾਂਦੇ ਆ ਨਾਲ। ਐਂ ਹੋ ਜਾਂਦਾ ਕਿ ਗਿਣਤੀ ਵੱਧ ਗਈ ਆ, ਫਿਰ ਚਲੇ ਜਾਂਦੇ ਆਪਦੀ ਡਿਊਟੀ ਦਾ, ਆਪਦਾ ਫਰਜ਼ ਨਿਭਾ ਜਾਂਦੇ ਆ। ਬਿਲਕੁਲ ਬਾਈ ਜੀ ਨੇ ਲੰਗਰਾਂ ਦੀ ਗੱਲ ਕੀਤੀ ਕਿ ਇੱਥੇ ਉਹ ਚੀਜ਼ਾਂ ਦੇ ਲੰਗਰ ਲੱਗ ਚੁੱਕੇ ਆ ਜਿਹੜੀਆਂ ਅਸੀਂ ਰੋਜ਼ਾਨਾ ਆਪਦੇ ਘਰ ਦੇ ਵਿੱਚ ਇਸਤੇਮਾਲ ਕਰਦੇ ਹਾਂ। ਵਰਲਡ ਰਿਕਾਰਡ ਬਣ ਰਹੇ ਨੇ। ਬਾਈ ਜੀ ਆਪਾਂ ਗੱਲ ਕਰਦੇ ਹਾਂ ਸ਼ਹੀਦੀਆਂ ਦੀ। ਲਗਾਤਾਰ ਸਾਡੇ ਕਿਸਾਨ ਸ਼ਹੀਦ ਹੋ ਰਹੇ ਆ। ਹਾਰਟ ਅਟੈਕ ਦੀ ਸਮੱਸਿਆ ਵੱਡੇ ਪੱਧਰ ਤੇ ਜਿਹੜੀ ਹੈ ਇੱਥੇ ਜਿਹੜੀ ਪੈਦਾ ਹੋਈ ਹੈ, ਉਹਦਾ ਕਾਰਨ ਤੁਹਾਨੂੰ ਕੀ ਲੱਗਦਾ ਕਿ ਕਾਰਨ ਕੀ ਹੈ? ਸਾਨੂੰ ਤਾਂ ਜੀ ਇਹੀ ਲੱਗਦਾ ਹੈ, ਠੀਕ ਹੈ ਜੀ। ਹੋ ਗਏ 5-7 ਦਿਨ ਅਸੀਂ ਟਰਾਲੀ 'ਚ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀ। ਚਲੋ ਲੰਗਰ ਲਾਉਣਾ ਤਾਂ ਬਹੁਤ ਵਧੀਆ ਗੱਲ ਹੈ, ਠੀਕ ਹੈ ਜੀ। ਬਾਬੇ ਨਾਨਕ ਦੀ ਪਿਰਤ ਪਾਈ ਵੀ ਹੈ ਜੀ। ਇਹਨਾਂ ਨੂੰ ਇਹ ਨਾ ਹੀ ਰੁਕਣੀ ਆ ਜੀ, ਕਦੇ ਵੀ ਨਹੀਂ ਰੁਕਣੀ। ਜਿਹੋ ਜਿਹਾ ਸਮਾਂ ਮਰਜ਼ੀ ਆ ਜੇ ਚੱਲਦੀ ਰਹਿਣੀ। ਪਰ ਮੇਰੀ ਇੰਨੀ ਕੁ ਬੇਨਤੀ ਹੈ ਜੀ ਵੀ ਜਿਵੇਂ ਆਪਣਾ ਬਰਗਰ ਹੋ ਗਏ, ਪੀਜ਼ੇ ਹੋ ਗਏ ਜੀ, ਬਦਾਮ ਹੋ ਗਏ, ਕਾਜੂ ਹੋ ਗਏ, ਥੋੜ੍ਹਾ ਜਿਹਾ ਇਹ ਚੀਜ਼ਾਂ ਤੋਂ ਪਰਹੇਜ਼ ਕਰਕੇ ਸਿੰਪਲ ਲੰਗਰ ਲਾਏ ਜਾਣ ਜੀ। ਉਹ ਚੀਜ਼ ਵਧੀਆ। ਇੱਕ ਤਾਂ ਠੰਡ ਹੈ ਜੀ, ਠੀਕ ਹੈ ਜੀ। ਇੱਕ ਇਹ ਚੀਜ਼ਾਂ ਖਾ ਕੇ ਜੀ ਜਦੋਂ ਆਪਾਂ ਮੰਨ ਲਓ ਸੁਬਾਹ ਉੱਠਦੇ ਹਾਂ ਜੀ, ਕੋਈ ਕਹਿੰਦਾ ਮੇਰਾ ਸਿਰ ਦੁਖਦਾ ਜੀ, ਠੀਕ ਹੈ, ਉਹਦੇ ਨਾਲ ਐਸਿਡਿਟੀ ਵੀ ਹੋ ਜਾਂਦੀ ਹੈ, ਫਿਰ ਆਪਾਂ ਮੈਡੀਕਲ ਨੂੰ ਭਜਦੇ ਹਾਂ। ਤਾਂ ਮੇਰੀ ਜੋ ਬੰਦੇ ਲੰਗਰ ਲਾਉਂਦੇ ਆ, ਇੰਨੀ ਕੁ ਬੇਨਤੀ ਹੈ ਵੀ ਬਾਈ ਬਣ ਕੇ ਸਿੰਪਲ ਲੰਗਰ ਲਾਓ। ਇੱਕ ਤਾਂ ਖਰਚਾ ਘੱਟ ਹੋਵੇ ਜੀ, ਇੱਕ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ। ਜੋ ਮੌਤਾਂ ਹੋ ਰਹੀਆਂ ਜੀ, ਹਾਰਟ ਅਟੈਕ ਹੋ ਰਿਹਾ ਜੀ ਇੱਥੇ, ਜ਼ਿਆਦਾਤਰ 90% ਜੋ ਮੌਤਾਂ ਹੋਈਆਂ ਉਹ ਹਾਰਟ ਅਟੈਕ ਕਾਰਨ ਹੋਇਆ ਜੀ। ਉਹਦਾ ਕਾਰਨ ਮੇਰੇ ਹਿਸਾਬ ਨਾਲ ਖਾਣਾ ਪੀਣੀ ਹੈ ਜੀ, ਹੋਰ ਤਾਂ ਕੋਈ ਕਾਰਨ ਨਹੀਂ ਹੈਗਾ ਜੀ। ਬਿਲਕੁਲ ਬਾਈ ਜੀ ਨੇ ਬਹੁਤ ਵਧੀਆ ਗੱਲ ਕੀਤੀ ਕਿ ਖਾਣ ਪੀਣ ਦਾ ਬਕਾਇਦਾ ਸਾਨੂੰ ਧਿਆਨ ਰੱਖਣਾ ਚਾਹੀਦਾ, ਕਿਉਂਕਿ ਜਦੋਂ ਅਸੀਂ ਭਾਰਾ ਭੋਜਨ ਖਾਂਦੇ ਆ, ਅਸੀਂ ਹੈਵੀ ਚੀਜ਼ ਲੈਂਦੇ ਆ ਤਾਂ ਸਾਡੇ ਡਾਈਜੈਸਟ ਨਹੀਂ ਹੁੰਦੀ। ਕਿਉਂਕਿ ਇੱਥੇ ਸਾਡੇ ਕੋਲ ਕੋਈ ਕੰਮ ਹੈ ਨਹੀਂ ਆ, ਅਸੀਂ ਫਿਜ਼ੀਕਲ ਵਰਕ ਨਹੀਂ ਕਰਦੇ, ਅਸੀਂ ਧਰਨੇ 'ਚ ਸ਼ਾਮਲ ਹੋਏ ਆ, ਅਸੀਂ ਸਟੇਜਾਂ ਤੱਕ ਜਾਂਦੇ ਆ, ਅਸੀਂ ਕਿਸਾਨ ਨੇਤਾਵਾਂ ਦੇ ਜਿਹੜੀਆਂ ਸਪੀਚਾਂ ਸੁਣਦੇ ਆ, ਉਸ ਤੋਂ ਬਾਅਦ ਅਸੀਂ ਆਪਦਾ ਜਿਹੜਾ ਰੋਟੀ ਪਾਣੀ ਦੀ ਲੱਗ ਜਾਂਦੇ ਆ। ਖਾਸ ਗੱਲ ਧਿਆਨ ਰੱਖਣ ਦੀ ਇਹ ਹੈ ਕਿ ਸਾਡੀ ਡਾਕਟਰਾਂ ਦੀ ਟੀਮ ਨਾਲ ਵੀ ਗੱਲ ਹੋਈ ਆ, ਉਹਨਾਂ ਨੇ ਵੀ ਕਿਹਾ ਕਿ ਹਲਕਾ ਭੋਜਨ ਖਾਇਆ ਜਾਵੇ। ਜਿਹੜੇ ਇਸ ਪ੍ਰੋਗਰਾਮ ਨੂੰ ਇੱਥੇ ਬੈਠੇ ਦੇਖ ਰਹੇ ਆ ਜਾਂ ਜਿਹੜੇ ਆਉਣਾ ਚਾਹੁੰਦੇ ਆ, ਇਸ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਆ, ਤਾਂ ਉਹ ਚੀਜ਼ਾਂ ਦਾ ਖਾਸ ਧਿਆਨ ਰੱਖਣ। ਇਹ ਤਾਂ ਸਨ ਬਾਈ ਰਣਸੀਂਹ ਖੁਰਦ ਦੇ, ਜਿਨ੍ਹਾਂ ਨੇ ਆਪਣੇ ਨਾਲ ਜਿਹੜੇ ਜਜ਼ਬਾਤ ਆ ਉਹ ਸ਼ੇਅਰ ਕੀਤੇ। ਕਿਸਾਨ ਕੀ ਸੋਚਦਾ, ਆਮ ਨੌਜਵਾਨ ਕੀ ਸੋਚਦਾ। ਜ਼ਿਲ੍ਹਾ ਮੋਗਾ ਤੋਂ ਇਹ ਪਿੰਡ ਹੈਗਾ ਰਣਸੀਂਹ ਖੁਰਦ। ਅਗਲਾ ਪ੍ਰੋਗਰਾਮ ਅਸੀਂ ਤੁਹਾਨੂੰ ਮਿਲਾਵਾਂਗੇ ਕਿਸੇ ਨਵੇਂ ਪਿੰਡ ਦੇ ਨਾਲ। ਤਦ ਤੱਕ ਤੁਸੀਂ ਦੇਖਦੇ ਰਹੋ ਸਾਂਝਾ TV। ਸਤਿ ਸ਼੍ਰੀ ਅਕਾਲ। Please subscribe our channel and press the bell icon ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਮਿਸ ਨਾ ਕਰੋ।